Hello students, in this lecture we will read a very interesting poem which is in PSCB 10th class English syllabus. The poem expresses the feelings of a tigress who is in great fear about her cubs. Let's start and know about it in detail. The poem name is Rajia the Tigress. ਰਜੀਆ ਬੇਟਾ ਇੱਕ ਸ਼ੇਰਨੀ ਸੀ, ਫੀਮੇਲ ਟਾਈਗਰ ਸੀ। ਪੋਮ ਦੇ ਬਾਰੇ ਕੁਝ ਇੰਟਰੋਡਕਸ਼ਨ ਆਪਾਂ ਪੜ੍ਹਦੇ ਹਾਂ। The present poem sketches before the reader a world of fast depleting natural resources which is threatening the wildlife around us। ਇਹ ਜੋ ਪੋਮ ਹੈ ਬੇਟਾ, ਇਸ ਇੱਕ ਰੀਡਰ ਦੇ ਸਾਹਮਣੇ, ਭਾਵ ਸਾਡੇ ਸਾਹਮਣੇ ਜੋ ਅਸੀਂ ਇਹ ਪੋਮ ਪੜ੍ਹ ਰਹੇ ਹਾਂ, ਇੱਕ ਕਿਹੋ ਜਿਹਾ ਸੰਸਾਰ ਪੇਸ਼ ਕਰਦੀ ਹੈ ਜੋ ਬੜੀ ਹੀ ਤੇਜ਼ੀ ਨਾਲ ਨੈਚੁਰਲ ਰਿਸੋਰਸਿਸ ਹਨ ਜਿਸ ਵਿੱਚ ਉਹ ਨਸ਼ਟ ਹੋ ਰਹੇ ਹਨ। ਵਿਚ ਇਜ਼ ਥ੍ਰੈਟਨਿੰਗ ਦਾ ਵਾਈਲਡ ਲਾਈਫ ਅਰਾਊਂਡ ਅਸ, ਜੋ ਕਿ ਸਾਡੇ ਆਲੇ ਦੁਆਲੇ ਜੰਗਲੀ ਜਾਨਵਰ ਹਨ, ਉਹਨਾਂ ਨੂੰ ਬੜਾ ਹੀ ਇਹ ਗੱਲ ਡਰਾ ਰਹੀ ਹੈ, ਕਿਉਂਕਿ ਜੰਗਲੀ ਜਾਨਵਰਾਂ ਨੇ ਜੰਗਲਾਂ ਵਿੱਚ ਰਹਿਣਾ ਹੁੰਦਾ ਹੈ, ਪੇੜ ਪੌਦੇ ਚਾਹੀਦੇ ਹਨ ਉਹਨਾਂ ਨੂੰ, ਪਰ ਪੇੜ ਪੌਦੇ ਜੋ ਹਨ ਸਾਡੇ ਆਲੇ ਦੁਆਲੇ ਉਹ ਲਗਾਤਾਰ ਕੱਟੇ ਜਾ ਰਹੇ ਹਨ, ਖਤਮ ਹੋ ਰਹੇ ਹਨ। ਰਜੀਆ the tigress is worried for her partner and two cubs। ਰਜੀਆ ਜੋ ਕਿ ਇੱਕ ਫੀਮੇਲ ਟਾਈਗਰ ਹੈ, ਉਹ ਬਹੁਤ ਹੀ ਚਿੰਤਾ ਵਿੱਚ ਹੈ ਆਪਣੇ ਪਾਰਟਨਰ ਦੇ ਲਈ, ਆਪਣੇ ਜੀਵਨ ਸਾਥੀ ਦੇ ਲਈ, ਐਂਡ ਟੂ ਕਬਜ਼ ਅਤੇ ਦੋ ਬੱਚੇ ਹਨ ਜੋ ਉਸਦੇ, who like many other tiger cubs are in danger of being poached and killed। ਜਿਹੜੇ ਕਿ ਹੋਰ ਬਹੁਤ ਸਾਰੇ ਟਾਈਗਰ ਦੇ ਬੱਚਿਆਂ ਦੇ ਵਾਂਗ ਇਹ ਵੀ ਖਤਰੇ ਵਿੱਚ ਹਨ ਕਿ ਇਹਨਾਂ ਨੂੰ ਸ਼ਿਕਾਰ ਕੀਤਾ ਜਾ ਸਕਦਾ ਹੈ ਸ਼ਿਕਾਰੀਆਂ ਦੁਆਰਾ। ਪੋਚਡ ਹੁੰਦਾ ਬੇਟਾ ਸ਼ਿਕਾਰ ਕਰਨਾ, ਐਂਡ ਕਿਲਡ ਮਾਰਿਆ ਜਾ ਸਕਦਾ ਹੈ ਇਹਨਾਂ ਨੂੰ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੰਗਲਾਂ ਦੀ ਕਟਾਈ ਹੋ ਰਹੀ ਹੈ ਅਤੇ ਜੰਗਲੀ ਜਾਨਵਰ ਜੋ ਹਨ ਉਹ ਸ਼ਿਕਾਰੀਆਂ ਦੀ ਆਸਾਨੀ ਨਾਲ ਹੀ ਨਿਗਾਹ ਵਿੱਚ ਚੜ੍ਹ ਜਾਂਦੇ ਹਨ ਅਤੇ ਸ਼ਿਕਾਰੀ ਉਹਨਾਂ ਨੂੰ ਮਾਰ ਦਿੰਦੇ ਹਨ ਜਾਂ ਉਹਨਾਂ ਨੂੰ ਫੜ ਕੇ ਲੈ ਜਾਂਦੇ ਹਨ। ਤੇ ਰਜੀਆ ਜੋ ਫੀਮੇਲ ਟਾਈਗਰ ਹੈ ਉਹ ਬੜੇ ਹੀ ਚਿੰਤਾ ਦੇ ਵਿੱਚ ਰਹਿੰਦੀ ਹੈ ਕਿ ਉਸਦੇ ਬੱਚਿਆਂ ਨਾਲ ਵੀ ਕਿਤੇ ਇਹੀ ਨਾ ਹੋਵੇ। The poem also shows how man has usurped all land। ਅਤੇ ਪੋਇਮ ਹੈ ਜੋ ਇਹ ਵੀ ਸ਼ੋਅ ਕਰਦੀ ਹੈ ਕਿ ਕਿਸ ਤਰ੍ਹਾਂ ਜੋ ਅੱਜ ਕੱਲ੍ਹ ਦਾ ਵਿਅਕਤੀ ਹੈ ਉਸਨੇ ਕਬਜ਼ਾ ਕਰ ਲਿਆ ਹੈ। usurped ਹੁੰਦਾ ਬੇਟਾ ਕਬਜ਼ਾ ਕਰ ਲੈਣਾ ਸਾਰੀ ਉਸ ਭੂਮੀ ਉੱਤੇ, and how he has plundered his natural resources। ਅਤੇ ਕਿਸ ਤਰ੍ਹਾਂ ਵਿਅਕਤੀ ਨੇ ਲੁੱਟੇ ਹਨ, ਕੁਦਰਤੀ ਸਾਧਨਾਂ ਦੀ ਲੁੱਟ ਕਿਸ ਤਰ੍ਹਾਂ ਕੀਤੀ ਹੈ, ਇਹ ਵੀ ਇਹ ਜੋ ਪੋਮ ਹੈ ਸਾਡੇ ਸਾਹਮਣੇ ਪੇਸ਼ ਕਰਦੀ ਹੈ। This has threatened both the wildlife as well as human life and environment। ਇਸ ਗੱਲ ਨੇ ਖਤਰੇ ਵਿੱਚ ਪਾ ਦਿੱਤਾ ਹੈ। ਥ੍ਰੈਟਨ ਹੁੰਦਾ ਬੇਟਾ ਖਤਰੇ ਵਿੱਚ ਪਾ ਦੇਣਾ, ਦੋਵਾਂ ਨੂੰ ਹੀ, ਜੰਗਲੀ ਜੀਵਨ ਨੂੰ ਵੀ ਅਤੇ ਨਾਲ ਹੀ ਜੋ ਮਨੁੱਖੀ ਜੀਵਨ ਹੈ ਅਤੇ ਵਾਤਾਵਰਨ ਹੈ ਇਸ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਚਲੋ ਬੇਟਾ ਅੱਗੇ ਆਪਾਂ ਲਾਈਨ ਟੂ ਲਾਈਨ ਇਸ ਪੋਮ ਦੀ ਪੰਜਾਬੀ ਕਰਾਂਗੇ। The tigress Rajia lives alone। ਜੋ ਇਹ ਟਾਈਗਰਸ ਹੈ ਰਜੀਆ ਇਕੱਲੀ ਰਹਿੰਦੀ ਹੈ। Her two cubs have not yet been named। ਇਸ ਦੇ ਜੋ ਦੋ ਬੱਚੇ ਹਨ ਉਹਨਾਂ ਨੂੰ ਹਾਲੇ ਨਾਮ ਨਹੀਂ ਦਿੱਤਾ ਗਿਆ ਹੈ। ਬੇਟਾ ਜੋ ਸ਼ੇਰ ਦੇ ਬੱਚੇ ਹੁੰਦੇ ਹੈ ਉਹਨਾਂ ਨੂੰ ਕਬਜ਼ ਕਿਹਾ ਜਾਂਦਾ ਹੈ, ਉਹਨਾਂ ਦਾ ਹਾਲੇ ਨਾਮ ਵੀ ਨਹੀਂ ਰੱਖਿਆ ਗਿਆ ਹੈ। ਸ਼ੇਰੂ barely played with them। ਸ਼ੇਰੂ ਜੋ ਕਿ ਮੇਲ ਟਾਈਗਰ ਸੀ, ਬਹੁਤ ਹੀ ਘੱਟ, ਬੇਅਰਲੀ ਹੁੰਦਾ ਬੇਟਾ ਬਹੁਤ ਹੀ ਘੱਟ ਇਹਨਾਂ ਬੱਚਿਆਂ ਦੇ ਨਾਲ ਖੇਡਿਆ। ਐਂਡ ਨਾਓ ਹੀ ਹੈਜ਼ ਗੋਨ, ਓ ਵਾਟ ਅ ਸ਼ੇਮ। ਅਤੇ ਹੁਣ ਉਹ ਜਾ ਚੁੱਕਾ ਹੈ ਆਪਣੇ ਬੱਚਿਆਂ ਨੂੰ ਛੱਡ ਕੇ ਅਤੇ ਉਸ ਟਾਈਗਰਸ ਨੂੰ ਛੱਡ ਕੇ, ਫੀਮੇਲ ਟਾਈਗਰ ਨੂੰ ਛੱਡ ਕੇ ਚਲਾ ਗਿਆ ਹੈ। ਇਹ ਬੇਟਾ ਇਸ ਵਿੱਚ
ਅਸੀਂ ਕੀ ਕਹਿ ਸਕਦੇ ਹਾਂ ਕਿ ਉਹ ਜੋ ਮੇਲ ਟਾਈਗਰ ਸੀ, ਇਹਨਾਂ ਬੱਚਿਆਂ ਦਾ ਪਿਤਾ ਸੀ। ਹੋ ਸਕਦਾ ਹੈ ਉਸਦਾ ਕਿਸੇ ਨੇ ਸ਼ਿਕਾਰ ਕਰ ਲਿਆ ਹੋਵੇ ਜਾਂ ਕਿਤੇ ਹੋਰ ਉਹ ਚਲਾ ਗਿਆ, ਭਾਵ ਹੁਣ ਉਹ ਆਪਣੇ ਬੱਚਿਆਂ ਦੇ ਨਾਲ ਨਹੀਂ ਹੈ। ਸ਼ੇਰੂ ਵਾਜ਼ ਐਨ ਐਕਸਪਰਟ ਔਨ ਵਿੰਡਸ। ਸ਼ੇਰੂ ਬਹੁਤ ਹੀ ਮਾਹਰ ਸੀ ਵਿੰਡਸ ਦਾ, ਹਵਾਵਾਂ ਦਾ। ਨਿਊ ਜਾਣਦਾ ਸੀ ਉਹ, ਹਾਊ ਦੇ ਟਰੈਵਰਸਡ ਡੇਲ ਐਂਡ ਹਿਲ, ਕਿ ਹਵਾਵਾਂ ਕਿਸ ਤਰ੍ਹਾਂ ਚੱਲਦੀਆਂ ਹਨ ਘਾਟੀਆਂ ਵਿੱਚ ਅਤੇ ਪਹਾੜੀਆਂ ਵਿੱਚ। ਉਹਨਾਂ ਦੀ ਦਿਸ਼ਾ ਦਾ ਬੜੇ ਵਧੀਆ ਢੰਗ ਨਾਲ ਸ਼ੇਰੂ ਨੂੰ ਪਤਾ ਹੁੰਦਾ ਸੀ। ਐਂਡ ਵੇਅਰ ਦੇ ਪੁੱਟ ਅਪ ਫॉर ਦਾ ਨਾਈਟ, ਅਤੇ ਜਦ ਰਾਤ ਹੋ ਜਾਂਦੀ ਹੈ ਤਾਂ ਇਹ ਹਵਾਵਾਂ ਕਿੱਥੇ ਠਹਿਰ ਜਾਂਦੀਆਂ ਹਨ। when no leaf stirred and all was still, ਜਦ ਕੋਈ ਵੀ ਪੱਤਾ ਨਹੀਂ ਹਿੱਲ ਰਿਹਾ ਹੁੰਦਾ, ਰਾਤ ਦਾ ਸਮਾਂ ਹੁੰਦਾ ਹੈ ਅਤੇ ਸਭ ਕੁਝ ਸ਼ਾਂਤ ਹੁੰਦਾ ਹੈ, ਤਦ ਇਹ ਹਵਾਵਾਂ ਕਿੱਥੇ ਠਹਿਰਦੀਆਂ ਹਨ। ਇਸ ਤਰ੍ਹਾਂ ਸ਼ੇਰੂ ਨੂੰ ਵਿੰਡਸ ਦੇ ਬਾਰੇ ਪੂਰੀ ਤਰ੍ਹਾਂ ਨੌਲੇਜ ਸੀ। He knew his winds, their traffic lanes, ਉਹ ਜਾਣਦਾ ਸੀ ਹਵਾਵਾਂ ਬਾਰੇ, ਉਹਨਾਂ ਦੇ ਚੱਲਣ ਦੀਆਂ ਦਿਸ਼ਾਵਾਂ ਬਾਰੇ। He knew the deer would smell him out, ਉਹ ਜਾਣਦਾ ਸੀ ਕਿ ਹਿਰਨਾਂ ਉਸ ਦੀ ਸਮੈਲ ਲੈ ਲੈਣਗੀਆਂ if they were downwind, ਜੇਕਰ ਉਹ ਡਾਊਨਵਿੰਡ ਵਾਲੀ ਦਿਸ਼ਾ ਵੱਲ ਹੋਈਆਂ। ਜਿੱਧਰ ਹਵਾ ਜਾ ਰਹੀ ਹੈ ਸ਼ੇਰੂ ਵਿੱਚ ਹਵਾ ਵੱਜ ਕੇ, ਜੇਕਰ ਉਹ ਡੀਰ ਦੇ ਵੱਲ ਜਾਵੇਗੀ, ਹਿਰਨਾਂ ਦੇ ਵੱਲ ਜਾਵੇਗੀ, ਤਾਂ ਉਹ ਉਸ ਦੀ ਸਮੈਲ ਲੈ ਲੈਣਗੀਆਂ। ਇਹ ਸ਼ੇਰੂ ਨੂੰ ਭਲੀ ਭਾਂਤੀ ਪਤਾ ਸੀ। ਸੋ ਹੀ ਵੁੱਡ ਬੈਲੇ ਕ੍ਰੌਲ ਐਂਡ ਕ੍ਰਾਂਚ, ਇਸ ਲਈ ਉਹ ਆਪਣੇ ਪੇਟ ਦੇ ਭਾਰ ਚੱਲਦਾ ਜਾਂ ਸਿਕੁੜ ਕੇ ਬੈਠ ਜਾਂਦਾ, ਤਾਂ ਕਿ ਹਵਾ ਉਸ ਵਿੱਚ ਵੱਜ ਕੇ ਹਿਰਨਾਂ ਤੱਕ ਨਾ ਪਹੁੰਚ ਜਾਵੇ ਅਤੇ ਹਿਰਨਾਂ ਨੂੰ ਉਸ ਦੀ ਮੌਜੂਦਗੀ ਦਾ ਪਤਾ ਨਾ ਲੱਗ ਜਾਵੇ। ਕਿਉਂਕਿ ਜੇਕਰ ਹਵਾ ਸ਼ੇਰੂ ਦੇ ਵਿੱਚ ਵੱਜੇਗੀ ਫਿਰ ਉਹ ਹਿਰਨਾਂ ਤੱਕ ਪਹੁੰਚੇਗੀ ਤਾਂ ਸ਼ੇਰੂ ਦੀ ਜੋ ਸਮੈਲ ਹੈ ਉਹ ਆਸਾਨੀ ਨਾਲ ਹਿਰਨਾਂ ਤੱਕ ਪਹੁੰਚ ਜਾਵੇਗੀ ਅਤੇ ਉਹ ਦੌੜ ਜਾਣਗੇ। ਐਂਡ ਟੇਕ ਅ ਲੌਂਗ ਸਰਕੂਲਰ ਰੂਟ, ਫਿਰ ਸ਼ੇਰੂ ਕੀ ਕਰਦਾ, ਇੱਕ ਲੰਮਾ ਸਰਕੂਲਰ ਰੂਟ ਲੈ ਕੇ ਆਉਂਦਾ। ਹਿਡਿੰਗ ਬਿਹਾਈਂਡ ਬੁਸ਼ ਐਂਡ ਸ਼ਰਬਸ, ਝਾੜੀਆਂ ਦੇ ਪਿੱਛੇ ਛੁਪਦਾ ਹੋਇਆ। Once he knew his scent would not carry, ਜਦ ਉਸਨੂੰ ਇਹ ਯਕੀਨ ਹੋ ਜਾਂਦਾ, ਪਤਾ ਲੱਗ ਜਾਂਦਾ ਕਿ ਹੁਣ ਉਸਦੀ ਜੋ ਦੁਰਗੰਧ ਹੈ ਉਹ ਅੱਗੇ ਹਿਰਨਾਂ ਤੱਕ, ਉਸਦੇ ਸ਼ਿਕਾਰ ਤੱਕ ਨਹੀਂ ਪਹੁੰਚੇਗੀ। In a flash he would erupt, ਤਾਂ ਇੱਕ ਝਟਕੇ ਨਾਲ ਉਹ ਆਪਣੇ ਸ਼ਿਕਾਰ ਉੱਤੇ ਹਮਲਾ ਕਰ ਦਿੰਦਾ। Deer had not sniffed that thick and musty smell of his, which people dubbed as tiger scent. ਡੀਰ ਨੇ ਨਹੀਂ ਲਈ ਹੁੰਦੀ ਸੀ ਉਸਦੀ thick and musty smell, ਇੱਕ ਸੰਘਣੀ ਜਿਹੀ ਮਸਟੀ ਸਮੈਲ of his, ਉਸਦੀ ਸਮੈਲ ਹਿਰਨ ਨੇ ਜਦ ਨਹੀਂ ਲਈ ਹੁੰਦੀ ਸੀ, ਜਿਸ ਨੂੰ ਲੋਕ ਕੀ ਕਹਿੰਦੇ ਸਨ, ਟਾਈਗਰ ਸੈਂਟ ਕਹਿੰਦੇ ਸਨ, ਟਾਈਗਰ ਦੀ ਸਮੈਲ ਕਹਿੰਦੇ ਸਨ। He got the stag, ਉਹ ਸਟੈਗ ਹੁੰਦਾ ਬੇਟਾ ਹਿਰਨ, ਤਾਂ ਉਹ ਹਿਰਨ ਨੂੰ ਫੜ ਲੈਂਦਾ। ਜਦ ਹਿਰਨ ਤੱਕ ਉਸਦੀ ਸਮੈਲ ਨਾ ਪਹੁੰਚ ਪਾਉਂਦੀ, ਹਿਰਨ ਨੂੰ ਉਸਦੀ ਮੌਜੂਦਗੀ ਦਾ ਨਾ ਪਤਾ ਲੱਗਦਾ, ਤਾਂ ਉਹ ਇੱਕ ਲੰਮਾ ਸਰਕੂਲਰ ਰੂਟ ਲੈ ਕੇ ਆਉਂਦਾ ਅਤੇ ਹਿਰਨ ਨੂੰ ਫੜ ਲੈਂਦਾ। His claw fell like a giant club, ਅਤੇ ਉਸਦਾ ਪੰਜਾ, ਕਲਾ ਹੁੰਦਾ ਬੇਟਾ ਪੰਜਾ, ਜੋ ਸ਼ੇਰੂ ਸੀ ਉਸਦਾ ਪੰਜਾ ਆਪਣੇ ਸ਼ਿਕਾਰ ਉੱਤੇ ਕਿਸ ਤਰ੍ਹਾਂ ਡਿੱਗਦਾ, ਜਿਸ ਤਰ੍ਹਾਂ ਇੱਕ ਦੈਂਤ ਦੀ ਗਦਾ ਹੋਵੇ। ਕਲੱਬ ਹੁੰਦਾ ਬੇਟਾ ਗਦਾ ਜਾਂ ਕੋਈ ਭਾਰੀ ਹਥਿਆਰ। ਇਸ ਤਰ੍ਹਾਂ ਉਸਦਾ ਪੰਜਾ ਆਪਣੇ ਸ਼ਿਕਾਰ ਉੱਤੇ, ਹਿਰਨ ਉੱਤੇ ਇਸ ਤਰ੍ਹਾਂ ਡਿੱਗਦਾ। On neck and antler both were crushed, ਗਰਦਨ ਅਤੇ ਸਿੰਗ, ਉਸ ਜੋ ਸਟੈਗ ਹੁੰਦਾ ਉਸਦੀ ਗਰਦਨ ਅਤੇ ਸਿੰਗ ਦੋਵੇਂ ਕਰਸ਼ਡ ਹੋ ਜਾਂਦੇ, ਚਕਨਾਚੂਰ ਹੋ ਜਾਂਦੇ। Now ਸ਼ੇਰੂ has gone, ਪਰ ਹੁਣ ਸ਼ੇਰੂ ਜਾ ਚੁੱਕਾ ਹੈ। Not anymore do people fear his dreaded spoor, ਹੁਣ ਲੋਕ ਉਸਦੀ ਉਸ ਡਰਾਉਣੀ ਦੁਰਗੰਧ ਤੋਂ ਨਹੀਂ ਡਰਦੇ। ਪਹਿਲਾਂ ਲੋਕਾਂ ਨੂੰ ਜਦ ਉਸਦੀ ਦੁਰਗੰਧ ਆ ਜਾਂਦੀ ਤਾਂ ਲੋਕ ਬੜੇ ਡਰ ਵਿੱਚ ਰਹਿੰਦੇ। ਜੋ ਉਸ ਜੰਗਲ ਦੇ ਆਸੇ-ਪਾਸੇ ਲੋਕ ਰਹਿੰਦੇ ਸਨ ਉਹਨਾਂ ਨੂੰ ਬੜਾ ਡਰ ਰਹਿੰਦਾ ਕਿ ਸ਼ੇਰੂ ਕਿਸੇ ਵੇਲੇ ਵੀ ਆ ਸਕਦਾ ਹੈ।
ना ही हुण ओह दुर्गंध लोकां तक पहुंचदी है। पग मार्क्ड ऑन द फॉरेस्ट फ्लोर, अते ना ही उसके पैरां दे निशान जंगल की धरती दे उत्ते लोकां नूं देखण नूं मिलदे हन। लोग जो उस जंगल के किनारे उत्ते रहिंदे सन, ਉਹ कई बार की है शेरू के पैरों के निशान उन्होंने पे मिल जाते तो वो बड़े डर जाते। पर हुण शेरू जा चुका है अते हुण लोकां नूं ना तो उसकी वो दुर्गंध ही कदे सूंघण नूं मिलदी है अते ना ही उसके पैरों के निशान उन्हां नूं दिसदे हन। ग्रीफ एंड फीयर स्टार्ट कंपीटिंग इन रजियाज हर्ट। हुण रजिया के दिल विच दुख अते जो डर है, दुख है उसनूं कि उसका पति शेरू जा चुका है अते डर उसके मन विच की है कि उसके दो बच्चे जो हन उन्हां दी रखिया करन दी जिम्मेवारी भी हुण रजिया दी है। विद शेरू गॉन, शेरू जा चुका है। विल द हाइंस हाउंड हर कब्स, उसनूं डर लग्या रहिंदा है कि हाइंस लकड़ बग्गे की लकड़ बग्गे आ जाणगे अते उसके बच्चों नूं शिकार कर लैणगे उसके बच्चों का। कैन शी लीव द लिटल वंस अलोन, की वो बच्चों नूं अपने छोटे बच्चों नूं इकल्ले छड्ड सकदी है। व्हेन शी गोज हंटिंग फ्लैश एंड बोन, जद वो मांस अते हड्डी का शिकार करन जावेगी कि वो अपने बच्चों नूं इकल्ले छड्ड के जा सकदी है। इस गल का डर रजिया नूं सताउंदा रहिंदा। द टाइग्रस रजिया लिव्स इन फीयर, टाइग्रस रजिया डर दे विच रहिंदी है। अ ग्रेटर ड्रैड, इस तो भी वड्डा डर की है उसनूं। व्हेन विल अगेन द पोचर्स विद देयर गन्स अपीयर, कदों चोर शिकारी आ जाणगे अते अपनी बंदूखां दे नाल आ जाणगे अते उसके बच्चों नूं खत्म कर देणगे। इस गल का डर भी रजिया नूं लगातार सताउंदा रहिंदा। पोचर्स हुंदे बेटा चोर शिकारी जो जानवरां नूं जंगलां विचों फड़ के लै जांदे हन, उन्हां दी स्किन उन्हां दी चमड़ी का व्यापार करते हैं, वेचते हैं। ओके बेटा, ये पोम तुहानू बहुत वधिया समझ लग गई होगी। इस दे राइटर हैं केकी एन दारूवाला। इत्थे आपां केकी एन दारूवाला बारे कुछ पढ़ते हैं। केकी एन दारूवाला इज़ अ ग्रेट कंटैंपरेरी इंडियन पोइट। केकी एन दारूवाला कौन हैं? एक महान अज दे समय दे इंडियन पोइट हैं। He was born in Lahore in 1937 and was educated at Government College, Ludhiana. उन्होंने जन्म कद होया उन्हों का 1937 विच होया अते उन्होंने सिक्ख्या कित्थों प्राप्त की? गवर्नमेंट कॉलेज लुधियाना तो। He currently lives in New Delhi. अजकल वो कित्थे रह रहे हैं? हुण कित्थे रह रहे हैं? न्यू दिल्ली विच रह रहे हैं। He is the winner of the साहित्य अकैडमी एंड कॉमनवैल्थ पोएट्री अवार्ड्स। उन्होंने साहित्य अकैडमी और कॉमनवैल्थ पोएट्री अवार्ड्स मिल चुके हैं। ही इज़ प्रेज्ड फॉर हिज बिटर सटायर टोन, उन्हों की प्रशंसा की जाती है एक कुड़तन वाली अते कौड़ी जही अते व्यंगमई जो उन्हों की टोन है, उन्हों पोम दे विच उन्हां दे लई उन्हां दी प्रेज भी की जाती है। विच इज़ रादर एक्सैप्शनल इन इंडियन पोइट्री इन इंग्लिश, जो कि बहुत ही घट देखने नूं मिलती है। जो इंडियन पोइट्री है इंग्लिश की उस विच बहुत ही घट देखने नूं मिलती है। ओके स्टूडेंट्स, आई होप यू हैव अंडरस्टूड दिस पोम। ओके, गुड बाय।